ਸਤਨਾਮ ਹੋ ਵਾਹਿਗੁਰੂ ਸਾਹਿਬ ਜੀਓ। ਜਿਉਂ ਬੋਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਸਜਣ ਸੱਚਾ ਪਾਤਸ਼ਾਹ, ਸਿਰ ਸਾਹੰਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਰਦਾਨਾ ਪਹਿਲਾ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨਹਾਰ। ਕ੍ਰੋਧ ਕਟੋਰੀ ਮੋਹ ਪਰੀ, ਪੀ ਲਾਵਾ ਅਹੰਕਾਰ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨਹਾਰ। ਕ੍ਰੋਧ ਕਟੋਰੀ ਮੋਹ ਭਰੀ, ਪੀ ਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਕਰਨੀ ਲਾਹਨ ਸਤ ਗੁਣ, ਸੱਚ ਸਰਾ ਕਰ ਸਾਰ। ਗੁਣ ਮੰਡੇ ਕਰ ਸੀਲ ਘਿਓ, ਸਰਮ ਮਾਸ ਆਹਾਰ। ਗੁਰਮੁਖ ਪਾਈਆ ਨਾਨਕਾ, ਖਾਧਾ ਜਾਹੇ ਬਿਕਾਰ। ਗੁਣ ਮੰਡੇ ਕਰ ਸੀਲ ਘਿਓ, ਸਰਮ ਮਾਸ ਆਹਾਰ। ਗੁਰਮੁਖ ਪਾਈਆ ਨਾਨਕਾ, ਖਾਧਾ ਜਾਹੇ ਬਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਦੇ ਮਾਲਕ, ਤਮਾਮ ਸੰਸਾਰ ਵਿੱਚ ਇੱਕ ਅਮੋਲਕ ਜਿਹਾ ਨਾਮ ਤੇ ਬਾਣੀ ਦਾ ਖਜ਼ਾਨਾ ਵੰਡਣ ਹਾਰੇ, ਜ਼ਿੰਦਗੀ ਦੀ ਰਹੋ ਰੀਤ ਦਾ ਮਾਰਗ ਦਰਸਾਣੇ ਹਾਰੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਮਤ ਅਮੋਲਕ ਬਖਸ਼ਿਸ਼ ਰਹਿਮਤ ਦੇ ਅਮੋਲਕ ਖਜ਼ਾਨਾ ਸਤਿਗੁਰੂ ਜੀ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ। ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰਨ ਹਿਤ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਨਾਲ ਜੁੜਦੇ ਆ। PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ
ਗੁਰ ਸ਼ਬਦ ਦੀ ਸੰਗਤ ਕਰਦਿਆਂ ਜੁੜਦਿਆਂ ਜੁੜ ਬੈਠੇ ਸਮੂਹ ਗੁਰੂ ਸਵਾਰਿਆਂ ਨੂੰ ਸਾਹਿਬ ਦੀ ਰਹਿਮਤ ਪ੍ਰਾਪਤ ਹੋਈ, ਜੋ ਅੱਜ ਦਾ ਇਹ ਪਾਵਨ ਹੁਕਮ ਸਾਨੂੰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਇਆ। ਭਾਈ ਸਾਹਿਬ ਜੀ, ਭਾਈ ਦਿਲਰਾਜ ਸਿੰਘ ਜੀ, ਜੋ ਇਸ ਸਮੇਂ ਗੁਰ ਸ਼ਬਦ ਦੀ ਸਾਂਝ ਕਰਦਿਆਂ ਸਾਥ ਜੁੜ ਬੈਠੇ, ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਇਹ ਬਾਣੀ ਦੇ ਅਮੋਲਕ ਖਜ਼ਾਨੇ ਨੂੰ ਸੰਭਾਲਣ ਦੇ ਲਈ ਸੁਰਤ ਦੀ ਤਿਜੋਰੀ ਬਣਾਈਏ। ਬਾਹਰ ਪੈਸਾ ਕਮਾਇਆ ਜਾਂਦਾ, ਉਸ ਨੂੰ ਸੰਭਾਲਣ ਦੇ ਲਈ ਅਸੀਂ ਬਹੁਤ ਵਧੀਆ ਢੰਗ ਦੀ ਸੁਰੱਖਿਅਤ ਥਾਂ ਲੱਭਦੇ ਹਾਂ, ਤਾਂ ਕਿ ਇਹ ਮੇਰਾ ਕਮਾਇਆ ਪੈਸਾ ਸੰਭਾਲਿਆ ਰਹੇ। ਗੁਰ ਸ਼ਬਦ ਦੀ ਅਮੋਲਕ ਬਰਕਤ ਵੀ ਇੱਕ ਖਜ਼ਾਨਾ ਹੈ। ਇਸ ਨੂੰ ਸੰਭਾਲਣ ਦੇ ਲਈ ਸੁਰਤ ਦੀ ਇਕਾਗਰਤਾ ਤੇ ਇਸ ਸ਼ਬਦ ਦੀ ਸਾਂਝ ਕਰਨ ਲਈ ਅੰਦਰ ਦੀ ਚੇਤਨਾ ਬੜੀ ਸ਼ਰਧਾ ਭਰੀ ਤੇ ਵਿਸ਼ਵਾਸ ਭਰੀ ਬਣਾਉਂਦੇ ਆ। ਆਓ ਗੁਰ ਸ਼ਬਦ ਦੀ ਬਰਕਤ ਨੂੰ ਸੰਭਾਲਣ ਦੇ ਯਤਨਸ਼ੀਲ ਹੋਈਏ। ਇਹ ਮਾਲਕ ਰਹਿਮਤ ਕਰਨ। ਦਾਸਰਾ ਸ਼ਬਦ ਵਿਚਾਰਦੇ ਆ ਆਪਣੇ ਹਿਰਦੇ ਵਿੱਚ ਵੀ, ਤੇ ਸੰਗਤ ਇਸ ਸ਼ਬਦ ਨੂੰ ਸਰੋਤ ਰਾਹੀਂ ਸੁਣਦਿਆਂ ਆਪਣੇ ਆਪਣੇ ਹਿਰਦੇ ਵਿੱਚ ਸੰਭਾਲ ਸਕਣ। ਇਹ ਮਾਲਕ ਦੀ ਰਹਿਮਤ ਬਣ ਆਵੇ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਰਦਾਨਾ ਪਹਿਲਾ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨਹਾਰ। ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 553 ਅੰਗ ਤੇ ਸੁਭਾਈਮਾਨ ਨੇ। ਬਿਹਾਗੜੇ ਦੀ ਵਾਰ ਵਿੱਚੋਂ ਇਹ ਪਾਵਨ ਹੁਕਮ ਹੈ, ਜਿਸ ਦੇ 3 ਸ਼ਲੋਕ ਨੇ ਅਤੇ ਇੱਕ ਪੌੜੀ ਦਾ ਉਚਾਰਨ ਹੋਇਆ। ਸਰਲੇਖ ਸ਼ਲੋਕ ਮਰਦਾਨਾ ਪਹਿਲਾ। ਇਹ ਗੱਲ ਜ਼ਰੂਰ ਧਿਆਨ ਚ ਰੱਖਿਓ, ਇਹ ਪਾਵਨ ਸ਼ਬਦ ਉਚਾਰਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ। ਭਾਵੇਂ ਕੁਝ ਵਿਦਵਾਨਾਂ ਦੀ ਇਹ ਰਾਏ ਵੀ ਮੰਨੀ ਜਾਂਦੀ ਹੈ ਵੀ ਮਰਦਾਨੇ ਪ੍ਰਤੀ ਸੰਬੋਧਕ ਹੋ ਕੇ ਮੇਰੇ ਪਾਤਸ਼ਾਹ ਜੀ ਸ਼ਬਦ ਉਚਾਰਿਆ ਤੂੰ, ਚੂੰਕਿ ਸ਼ਲੋਕ ਦੇ ਅਖੀਰ ਤੇ ਨਾਨਕ ਪਦ ਆਏ। ਦੂਸਰੀ ਗੱਲ, ਜਿਵੇਂ ਅਸੀਂ ਕਹਿੰਦੇ ਹਾਂ ਇਹ ਪਹਿਲੇ ਪਾਤਸ਼ਾਹੀ ਦਾ ਸ਼ਬਦ ਹੈ, ਇਹ ਸਰੀਰ ਘਰ ਹੈ, ਪਹਿਲੇ ਘਰ ਵਿੱਚ ਉਚਾਰਿਆ, ਫਿਰ ਸਰੀਰ ਦੇ ਦੂਜੇ ਘਰ ਵਿੱਚ ਮਹੱਲਾ ਦੂਜਾ ਆ ਜਾਂਦਾ। ਇਹ ਵੀ ਬੜੀ ਗਹਿਰਾਈ ਨਾਲ ਸੋਚਿਓ ਵੀ ਗੁਰੂ ਨਾਨਕ ਇੱਕ ਦਿਨ ਮਰਦਾਨੇ ਨੂੰ ਕਹਿ ਦਿੰਦੇ ਨੇ, ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਫਰਕ ਕੋਈ ਨਹੀਂ ਰਹਿ ਗਿਆ। ਇੰਜ ਲੱਗਦਾ ਜਿਵੇਂ ਮਰਦਾਨੇ ਦੇ ਘਰ ਵਿੱਚ ਗੁਰੂ ਨਾਨਕ ਆਪ ਬੈਠ ਕੇ ਪਏ ਬੋਲਦੇ ਨੇ। ਸ਼ਲੋਕ ਮਰਦਾਨਾ ਪਹਿਲਾ। ਮੈਂ ਅਰਜ਼ ਕਰਾਂਗਾ, ਦੁਨੀਆ ਦੇ ਸਮਾਜਿਕ ਨਿੱਕਰ ਗਏ ਸਮਾਜ ਵਿੱਚ ਜੋ ਅਧਿਆਤਮਕ ਪੱਧਰ ਤੋਂ ਵੀ ਗਿਰ ਗਏ ਤੇ ਸਮਾਜਿਕ ਪੱਧਰ ਤੋਂ ਵੀ ਗਿਰ ਗਏ, ਤੇ 2 ਚੀਜ਼ਾਂ ਸੰਸਾਰ ਵਿੱਚ ਪ੍ਰਧਾਨ ਹੋ ਗਈਆਂ। ਇੱਕ ਸ਼ਰਾਬ ਪ੍ਰਧਾਨ ਹੋ ਗਈ, ਇੱਕ ਮਾਸ ਪ੍ਰਧਾਨ ਹੋ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ, ਆਓ ਮੈਂ ਤੁਹਾਨੂੰ ਇੱਕ ਉਸ ਦੁਨਿਆਵੀ ਸ਼ਰਾਬ ਨਾਲ ਇੱਕ ਅੰਦਰ ਦੀ ਸ਼ਰਾਬ ਜੋ ਹਰ ਬੰਦਾ ਕਈ ਵਾਰੀ ਪਿਆ ਪੀਂਦਾ ਹੈ, ਉਹ ਵੀ ਜ਼ਿਕਰ ਕਰਕੇ ਸਮਝਾਇਆ ਵੀ ਉਹ ਕਿਹੜੀ ਸ਼ਰਾਬ ਅੱਜ ਸੰਸਾਰ ਪੀ ਰਿਹਾ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨਹਾਰ। ਕੁਝ ਨਸ਼ੇ ਨੇ ਜੋ ਮੂੰਹ ਨਾਲ ਪੀਤੇ ਜਾਂਦੇ ਨੇ, ਕੁਝ ਨਸ਼ੇ ਨੇ ਸ਼ਾਇਦ ਬੰਦਾ ਚੁੱਪ ਕਰਕੇ ਬੈਠਾ ਹੋਇਆ ਮੂੰਹ ਬੰਦ ਕਰਕੇ ਵੀ ਪੀਤੀ ਜਾ ਰਿਹਾ। ਉਹ ਹੈ ਕਲ ਕਲਵਾਲੀ,
ਜਿਹੜੀ ਸ਼ਰਾਬ ਤਿਆਰ ਕੀਤੇ ਜਾਣ ਵਾਲੇ ਉਸ ਕਲਵਾਲੀ ਦੇ ਰਾਹੀਂ ਅੱਜ ਇਹ ਕਲਯੁਗ ਦਾ ਪ੍ਰਭਾਵ ਬਣ ਗਿਆ। ਕਲ ਕਾਲਖ ਅੰਧਿਆਰੀਆ ਚਾਰ ਚਫੇਰੇ ਆਖ ਗੁਣਾ ਕਲ ਆਈਐ। ਇਸ ਗੱਲ ਥੋੜੀ ਧਿਆਨ ਚ ਰੱਖਿਓ। ਔਗਣ ਵਿਕਾਰਾਂ ਦਾ ਦੌਰ, ਮੈਂ ਮੇਰੀ ਦਾ ਦੌਰ, ਵਿਸ਼ੇ ਵਿਕਾਰਾਂ ਦਾ ਦੌਰ ਤੇ ਚਾਰ ਚਫੇਰੇ ਰੱਬ ਨੂੰ ਭੁਲਾ ਕੇ ਮੋਹ ਮਮਤਾ ਦਾ ਦੌਰ, ਇਹ ਚਾਰ ਚਫੇਰੇ ਕਲਯੁਗ ਫੈਲ ਗਿਆ। ਤੇ ਫਿਰ ਕਾਮ ਦਾ ਮਦ, ਮੈਂ ਬੇਨਤੀ ਕਰਾਂ, ਉਹ ਕਾਮ ਵਾਸ਼ਨਾ ਦੇ ਨਸ਼ੇ ਵਿੱਚ ਅੱਜ ਸ਼ਾਇਦ ਮੈਂ ਬੇਨਤੀ ਕਰਾਂਗਾ ਸਰੀਰਕ ਸੰਬੰਧ ਵਿੱਚ ਤੇ ਕਾਮ ਦਾ ਪ੍ਰਗਟਾਵਾ ਹੈ ਹੀ, ਅੱਖਾਂ ਰਾਹੀਂ ਵੀ ਕਾਮ ਦਾ ਪ੍ਰਗਟਾਵਾ ਹੋ ਰਿਹਾ ਹੈ। ਅਕੇਲੇ ਮਨ ਦੀ ਚਿਤਵਨਾ ਵਿੱਚ ਵੀ ਕਾਮ ਦਾ ਨਸ਼ਾ ਪੀਤਾ ਜਾ ਰਿਹਾ ਹੈ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨਹਾਰ, ਮਨ ਦੀ ਸੋਚ, ਮਨ ਦੀ ਚਿਤਵਨਾ, ਮਨ ਦੇ ਖਿਆਲ ਇਸ ਕਾਮ ਦੇ ਨਸ਼ੇ ਨੂੰ ਸੇਵਨ ਕਰਦੇ ਜਾਂਦੇ ਨੇ। ਕਈ ਵਾਰੀ ਕਾਮ ਦੇ ਨਸ਼ੇ ਵਿੱਚ ਬੰਦਾ ਇਤਨਾ ਮਦਹੋਸ਼ ਤੇ ਬੇਹੋਸ਼ ਹੋ ਜਾਂਦਾ ਹੈ, ਮੈਂ ਬੇਨਤੀ ਕਰਾਂ ਉਹ ਭੁੱਲ ਜਾਂਦਾ ਹੈ ਮਾਂ ਬਾਪ ਦੇ ਰਿਸ਼ਤਿਆਂ ਨੂੰ ਵੀ ਤਾਰੋ ਤਾਰ ਕਰ ਦਿੱਤਾ ਜਾਂਦਾ। ਇਹ ਨਸ਼ਾ ਐਸਾ ਹੈ, ਮੈਂ ਬੇਨਤੀ ਕਰਾਂ ਕਈ ਵਾਰੀ ਤੇ ਕਹਿ ਸਕਦੇ ਆ ਇਸ ਕਾਮ ਦੇ ਨਸ਼ੇ ਨੇ ਸਮਾਜਿਕ ਪੱਧਰ ਤੋਂ ਮਨੁੱਖ ਨੂੰ ਇਤਨਾ ਗਿਰਾਇਆ ਕਿ ਆਪਣੀ ਜ਼ਿੰਦਗੀ ਦਾ ਇਖਲਾਕ ਆਚਰਣ ਉਹ ਗਵਾ ਬੈਠਾ ਤੇ ਇਸ ਨਸ਼ੇ ਵਿੱਚ ਮਨ ਹਰ ਵੇਲੇ ਕਾਮੁਕ ਬਣ ਗਿਆ ਹੈ ਜੀ। ਕ੍ਰੋਧ ਕਟੋਰੇ ਮੋਹਿ ਭਰੇ। ਕ੍ਰੋਧ ਦੀ ਕਟੋਰੀ ਧਿਆਨ ਚ ਰੱਖਿਓ। ਅੱਜ ਸੰਸਾਰ ਵਿੱਚ ਕੀ ਹੈ, ਜੇ ਕਾਮ ਦੀ ਬਿਰਤੀ ਤੋਂ ਉਪਰਤ ਹੋਇਆ ਤੇ ਫਿਰ ਕ੍ਰੋਧ ਦੀ ਕਟੋਰੀ ਵਿੱਚ ਜ਼ਿੰਦਗੀ ਬਤੀਤ ਪਿਆ ਕਰਦਾ ਹੈ ਤੇ ਮੋਹ ਨਾਲ ਭਰੀ ਹੋਈ ਹੈ। ਇਹ ਗੱਲ ਥੋੜੀ ਧਿਆਨ ਚ ਰੱਖਿਓ। ਪਰਿਵਾਰ ਵਿੱਚ ਬੈਠਾ ਹੈ, ਧਨ ਸੰਪਦਾ ਵਿੱਚ ਬੈਠਾ ਹੈ, ਉੱਥੇ ਮੋਹ ਪ੍ਰਧਾਨ ਹੋ ਗਿਆ। ਔਰ ਜੇ ਕਦੀ ਮਾਨਸਿਕ ਖਵਾਹਿਸ਼ ਪੂਰੀ ਨਾ ਹੋਵੇ ਉੱਥੇ ਕ੍ਰੋਧ ਜਨਮ ਲੈਂਦਾ। ਮੈਂ ਬੇਨਤੀ ਕਰਦੇ ਹਾਂ ਕਾਮ ਤੇ ਕ੍ਰੋਧ ਦਾ ਕਿਤਨਾ ਗਹਿਰਾ ਸੰਬੰਧ ਹੈ। ਜੇ ਤੇ ਕਾਮਨਾ ਪੂਰੀ ਹੋ ਗਈ ਤੇ ਲੋਭ ਜਨਮ ਲੈਂਦਾ ਹੈ, ਮੋਹ ਜਨਮ ਲੈਂਦਾ, ਤੇ ਜੇ ਪੂਰੀ ਨਹੀਂ ਹੋਈ ਤੇ ਉੱਥੇ ਫਿਰ ਕ੍ਰੋਧ ਜਨਮ ਲੈਂਦਾ। ਜੋ ਮੈਂ ਚਾਹੁੰਦਾ ਸਾਂ, ਜੋ ਮੇਰੀ ਕਾਮਨਾ ਸੀ ਉਹ ਪੂਰੀ ਨਹੀਂ ਹੋਈ, ਗੁੱਸੇ ਵਿੱਚ ਭਰ ਜਾਂਦਾ। ਤੇ ਸਾਹਿਬ ਕਹਿੰਦੇ ਨੇ ਮੋਹ ਨਾਲ ਭਰੀ ਹੋਈ ਇਹ ਕ੍ਰੋਧ ਦੀ ਕਟੋਰੀ ਮਨੁੱਖ ਕਿਵੇਂ ਪੀ ਰਿਹਾ ਹੈ ਜੀ। ਪੀ ਲਾਵਾ ਅਹੰਕਾਰ। ਤੇ ਹੰਕਾਰ ਉਹ ਪਿਲਾਵਾ, ਪਿਉਣ ਵਾਲਾ, ਅੰਦਰ ਹਉ ਬੋਲਦੀ ਮੈਂ, ਇਹ ਮੈਂ ਕ੍ਰੋਧ ਨੂੰ ਵੀ ਜਨਮ ਦਿੰਦੀ, ਇਹ ਮੈਂ ਕਾਮਨਾ ਨੂੰ ਵੀ ਜਨਮ ਦਿੰਦੀ, ਇਹ ਮੈਂ ਮੋਹ ਨੂੰ ਵੀ ਜਨਮ ਦਿੰਦੀ। ਇਸ ਮੋਹ ਦੇ ਪਿਲਾਵੇ ਨੇ, ਅਹੰਕਾਰ ਦੇ ਪਿਲਾਵੇ ਨੇ ਸੰਸਾਰ ਦੀ ਦਸ਼ਾ ਨੂੰ ਇਤਨਾ ਕਾਮ ਕ੍ਰੋਧ ਵਿੱਚ ਗਿਰਫਤ ਕਰ ਦਿੱਤਾ ਹੈ ਕਿ ਮਨੁੱਖ ਦੇ ਜੇ ਹਉ ਚਲੀ ਜਾਏ, ਮੈਂ ਮੁੱਕ ਜਾਏ, ਮੈਂ ਬੇਨਤੀ ਕਰਾਂ ਕ੍ਰੋਧ ਵੀ ਚਲਾ ਜਾਏ ਤੇ ਕਾਮ ਵੀ ਚਲਾ ਜਾਏ। ਇਹ ਪਿਉਣ ਵਾਲਾ ਤੇ ਹੰਕਾਰ ਹੀ ਹੈ ਨਾ। ਇਹ ਗੱਲ ਧਿਆਨ ਚ ਰੱਖ ਲਿਓ। ਹਉ ਮੈਂ ਵਿੱਚੋਂ ਖੋਵੈ, ਦੂਜਾ ਮੇਟਾ, ਏਕੋ ਹੋਵੇ। ਕਦੀ ਹਉ ਹੰਕਾਰ ਅੰਦਰੋਂ ਮੁੱਕ ਜਾਏ ਕੀ ਮਨੁੱਖ ਕਾਮਕ ਰਹੇਗਾ? ਕਿ ਉਸ ਮਨੁੱਖ ਦੇ ਅੰਦਰ ਪਰਿਵਾਰ ਦੀ ਮੋਹ ਤੇ ਅੰਦਰ ਕ੍ਰੋਧ ਦੀ ਬਿਰਤੀ ਪੈਦਾ ਹੋਵੇਗੀ? ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਹੰਕਾਰ ਪਿਲਾਵਾ ਹੈ ਜੀ। ਮਜਲਸ ਕੂੜੇ ਲੱਭ ਕੇ ਪੀ ਪੀ ਹੋਏ ਖੁਆਰ। ਅੱਜ ਮਜਲਸ ਕਿਹੜੀ ਏ, ਅੱਜ ਸਾਡੀ ਮਹਿਫਲ ਕਿਹੜੀ ਏ? ਕੂੜੇ ਲੱਭ ਕੀ, ਚਾਰ ਚਫੇਰੇ ਕੂੜ ਦਾ, ਝੂਠ ਦਾ ਉਹ ਲੱਭ ਸਵਾਦ ਇਤਨਾ ਪੈ ਗਿਆ ਕਿ ਮਨੁੱਖ ਹਰ ਵੇਲੇ ਝੂਠ ਨਾਲ ਜੁੜਨ ਦੇ ਲਈ ਹੀ ਉਤਾਵਲਾ ਹੈ। ਬਾਹਰ ਕਈਆਂ ਨੂੰ ਖਾਣ ਦਾ ਸਵਾਦ, ਖੀਰ ਪੂੜੇ ਖਾਣ ਦਾ ਰਸ, ਕਈਆਂ ਨੂੰ ਦਹੀਂ ਭੱਲੇ ਖਾਣ ਦਾ ਰਸ, ਪਰ ਤਮਾਮ ਸੰਸਾਰ ਦੇ ਵਿੱਚ ਮੇਰੇ ਸਾਹਿਬ ਕਹਿੰਦੇ ਨੇ ਅੱਜ ਮਜਲਸ ਕਿਹੜੀ ਬਣ ਗਈ ਏ ਜਿੱਥੇ ਕੂੜ ਪਿਆ ਵਰਤਦਾ। ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਹ ਗੱਲ ਧਿਆਨ ਚ ਰੱਖ ਲਿਓ। ਬੋਲਣ ਵਿੱਚ ਵੀ ਝੂਠ, ਗੱਲਾਂ ਕਰਨ ਵਿੱਚ ਵੀ ਝੂਠ, ਬਿਰਤੀ ਵਿੱਚ ਸੰਗ੍ਰਹਿ ਕਰਨ ਵਿੱਚ ਵੀ ਝੂਠ। ਕੂੜ ਰਾਜਾ, ਕੂੜ ਪ੍ਰਜਾ,
ਕੂੜ ਸਭ ਸੰਸਾਰ। ਇਸ ਸੰਸਾਰ ਦੇ ਕੂੜ ਵਿੱਚ ਮਨੁੱਖ ਦੀ ਜ਼ਿੰਦਗੀ ਪਈ ਬੀਤਦੀ ਏ। ਮਜਲਸ ਕੂੜੇ ਲੱਭ ਕੀ, ਤੇ ਹਜੂਰ ਕਹਿੰਦੇ ਨੇ ਪੀ ਪੀ ਹੋਏ ਖੁਆਰ। ਇਹ ਬਿਰਤੀ ਔਗਣ ਵਕਾਰਾਂ ਦੀ ਜੋ ਬਣੀ, ਇਹ ਬਾਰ-ਬਾਰ ਇਹ ਬਿਰਤੀ ਐਸੇ ਖਿਆਲਾਂ 'ਚ ਰਹਿਣਾ, ਇਹ ਸਮਝ ਲੈਣਾ ਨਸ਼ਿਆਂ ਨੂੰ ਪੀ ਪੀ ਕੇ ਮਨੁੱਖ ਖੁਆਰ ਹੋ ਰਿਹਾ, ਦੁਖੀ ਹੋ ਰਿਹਾ ਹੈ ਜੀ। ਕਰਨੀ ਲਾਹਨ ਸਤ ਗੁੜ। ਹਾਂ, ਸਾਹਿਬ ਕਹਿੰਦੇ ਨੇ ਆਓ ਮੈਂ ਤੁਹਾਨੂੰ ਇੱਕ ਨਸ਼ਾ ਦੇਣਾ ਚਾਹੁੰਦਾ। ਕਰਨੀ ਲਾਹਨ, ਕਰਨੀ ਬਣਾ ਲਓ। ਇਹ ਕਰਨੀ ਹੈ ਜ਼ਿੰਦਗੀ ਦੀ, ਜੋ ਕਥਨੀ ਸੀ ਉਹ ਕਰਨੀ ਬਣ ਗਈ। ਕਰਨੀ ਹੈ ਆਚਰਨ, ਕਰਨੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਸੇਵਾ ਕਰਨੀ, ਸਤਸੰਗਤ ਵਿੱਚ ਆਉਣਾ, ਮਿੱਠਾ ਬੋਲਣਾ। ਮੈਂ ਬੇਨਤੀ ਕਰਦੇ ਹਾਂ, ਕਰਨੀ ਵਿੱਚ ਹੈ ਸਿਮਰਨ ਦਾ ਜੀਵਨ ਬਣ ਜਾਣਾ। ਇੰਜ ਕਹਿ ਲਈਏ ਵੀ ਗੱਲਾਂ ਦੀ ਗੱਲ ਨਹੀਂ, ਜ਼ਿੰਦਗੀ ਧਰਮ ਦੀ ਦੁਨੀਆ ਵਿੱਚ ਕਰਨੀ ਪ੍ਰਧਾਨ ਹੈ। ਭਾਈ ਗੁਰਦਾਸ ਸਾਹਿਬ ਜੀ ਕੀ ਕਹਿੰਦੇ ਨੇ, ਮੈਂ ਦੇਖਿਆ ਸੰਸਾਰ ਵਿੱਚ ਲੋਕ ਸ਼ਾਇਦ ਚੰਦ ਚੰਦ ਕਹਿੰਦੇ ਹੋਣਗੇ ਪਰ ਘਰ ਵਿੱਚ ਹਨੇਰਾ ਛਾਇਆ ਹੋਵੇਗਾ। ਚੰਦਨ ਚੰਦਨ ਕਹਿੰਦੇ ਹੋਣਗੇ ਪਰ ਘਰ ਵਿੱਚ ਬਦਬੂ ਫੈਲੀ ਹੋਵੇਗੀ। ਚਾਂਦ ਚਾਂਦ ਕਹੈ ਉਜਿਆਰੋ ਨਾ ਪ੍ਰਕਾਸ਼। ਚੰਦਨ ਚੰਦਨ ਕਹੈ ਪ੍ਰਗਟੈ ਨਾ ਸੁਬਾਸ ਬਾਸ। ਚੰਦ ਚੰਦ ਕਹੈ ਉਜਿਆਰੋ ਨਾ ਪ੍ਰਕਾਸ਼ ਹੈ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੈ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਇਹ ਗੱਲ ਸੱਚ ਕਰਕੇ ਜਾਣਿਓ, ਕਾਗਜ਼ ਦਾ ਸੂਰਜ ਰੌਸ਼ਨੀ ਨਹੀਂ ਕਰਦਾ। ਗੱਲਾਂ ਨਾਲ ਚੰਦ ਚੰਦ ਆਖਿਆਂ ਰਾਤ ਦਾ ਅੰਧੇਰਾ ਨਹੀਂ ਜਾਂਦਾ। ਅਕੇਲੇ ਗੁਰੂ ਕੇ ਸ਼ਬਦ ਬੋਲਣ ਨਾਲ ਗੱਲ ਨਹੀਂ ਬਣਦੀ। ਜਦੋਂ ਜੋ ਗੁਰਬਾਣੀ ਪੜ੍ਹੀ ਉਹ ਜੀਵਨ ਦਾ ਆਧਾਰ ਤੇ ਆਚਰਨ ਬਣ ਗਿਆ, ਪ੍ਰੈਕਟੀਕਲ ਬਣ ਗਿਆ। ਇਹ ਸਮਝਣਾ ਨਾ ਕਰਨੀ ਲਾਹਨ ਹੈ। ਇਸ ਦੇ ਆਧਾਰ ਤੇ ਹਜੂਰ ਕਹਿੰਦੇ ਨੇ ਐ ਭਲਿਆ ਕਰਨੀ ਲਾਹਨ ਸਤ ਗੁੜ। ਉਧਰ ਸ਼ਰਾਬ ਬਣਾਉਣ ਵਾਲਿਆਂ ਨੇ ਗੁੜ ਦੀ ਵਰਤੋਂ ਕੀਤੀ, ਇੱਧਰ ਧਰਮ ਦਾ ਨਸ਼ਾ ਸੇਵਨ ਕਰਨ ਵਾਲਿਆਂ ਨੇ ਸਤ ਨੂੰ ਗੁੜ ਬਣਾ ਲਿਆ। ਮੈਂ ਬੇਨਤੀ ਕਰਾਂਗਾ, ਉਧਰ ਗੁੜ ਮਟਕੀ ਵਿੱਚ ਪਾ ਕੇ ਜ਼ਮੀਨ ਵਿੱਚ ਦਬਾ ਕੇ ਉਥੇ ਕਿੱਕਰ ਦਾ ਸੱਕ ਪਾ ਕੇ ਇਤਿਆਦਿਕ ਜੋ ਕੁਝ ਪਾਇਆ ਗਿਆ ਉਹ ਹੈ ਤੇ ਮਿੱਠਾ ਗੁੜ ਸੀ, ਪਰ ਜਿਹੜੀ ਮਟਕੀ ਵਿੱਚ ਪਾ ਕੇ ਰੱਖਿਆ ਗਿਆ ਉਹ ਕੌੜੀ ਸ਼ਰਾਬ ਬਣ ਗਈ। ਪਰ ਇੱਥੇ ਜਦੋਂ ਸੱਤ ਦੇ ਗੁੜ ਨੂੰ ਸੰਭਾਲਿਆ, ਮੈਂ ਬੇਨਤੀ ਕਰਾਂ ਸੱਤ ਦਾ ਗੁੜ ਕੌੜਾ ਨਹੀਂ ਬਣਿਆ, ਇਹ ਤੇ ਨਾਮ ਰਸ ਮਿੱਠਾ ਬਣ ਗਿਆ। ਇਸ ਕਰਕੇ ਕਰਨੀ ਲਾਹਨ ਸਤ ਗੁੜ। ਹਜੂਰ ਕਹਿੰਦੇ ਨੇ ਅੰਦਰ ਵਾਹਿਗੁਰੂ 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 ਨਾਲ ਜੁੜਨਾ ਤੇ ਸੱਤ ਦੀ ਜ਼ਿੰਦਗੀ ਬਣਾ ਲੈਣੀ। ਇਹ ਸਮਝ ਲੈਣਾ ਸੱਤ ਦਾ ਗੁੜ ਪਾਇਆ ਹੈ ਜੀ। ਸੱਚ ਸਰਾ ਕਰ ਸਾਰ। ਸੱਚ ਸਰਾ ਕਰ ਸਾਰ। ਭਲਿਆ ਇਹ ਸੱਚ ਦੀ ਸ਼ਰਾਬ ਜੋ ਜ਼ਿੰਦਗੀ ਦਾ ਸਾਰ ਹੈ, ਇਹ ਬਣਾ ਲੈ। ਇਸ ਨਾਲ ਤੇਰਾ ਜੀਵਨ ਵਿਗੜੇਗਾ ਨਹੀਂ, ਤੇਰਾ ਜੀਵਨ ਸਵਰ ਜਾਏਗਾ। ਮੈਂ ਇੱਕ ਅਰਜ਼ ਕਰਦਿਆਂ, ਇਹ ਗੁਰੂ ਨਾਨਕ ਪਾਤਸ਼ਾਹ ਜੀ ਭਰਥਰੀ ਹਰੀ ਦੇ ਇਹ ਉਜੈਨ ਨਗਰੀ ਦਾ ਰਾਜਾ ਸੀ। ਵਿਰਾਗ ਪੈਦਾ ਹੋਇਆ, ਗੋਰਖਨਾਥ ਦਾ ਚੇਲਾ ਬਣ ਗਿਆ। ਭਰਥਰੀ ਹਰੀ ਇਹ ਨੌ ਨਾਥਾਂ ਚੋਂ ਨਾਥ ਵੀ ਕਹਿਲਾਇਆ। ਪਰ ਪਹਿਲਾ ਜੀਵਨ ਭਾਵੇਂ ਇਸ ਭਰਥਰੀ ਹਰੀ ਦਾ ਯੋਗੀਆਂ ਵਾਲਾ ਬਣਿਆ, ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਲਨ ਹੋਇਆ, ਇਹ ਥੋੜੇ ਜਿਹੇ ਨਸ਼ਿਆਂ ਦੇ ਸੇਵਨ ਵਿੱਚ ਵੀ ਰਹੇ। ਲਓ ਗੁਰੂ ਬਾਬਾ ਜੀ ਨੂੰ ਵੀ ਕਹਿਣ ਲੱਗੇ, ਗੁਰੂ ਬਾਬਾ ਜੀ ਆ ਤੁਸੀਂ ਸੇਵਨ ਕਰੋ ਨਾ, ਬੜੀ ਮਸਤੀ ਆਉਂਦੀ ਏ। ਮੇਰੇ ਪਾਤਸ਼ਾਹ ਕਹਿੰਦੇ ਨੇ ਕੀ ਹੈ? ਕਹਿੰਦੇ ਜੀ ਇੱਕ ਨਸ਼ਾ ਹੈ। ਮੇਰੇ ਸਾਹਿਬ ਕਹਿਣ ਲੱਗੇ ਤੇਰਾ ਨਸ਼ਾ ਕਿੰਨੀ ਦੇਰ ਅਸਰ ਕਰੇਗਾ? 2-4 ਘੰਟੇ 5 ਘੰਟੇ। ਆ ਮੇਰੇ ਨਾਲ ਬੈਠ, ਮੈਂ ਤੈਨੂੰ ਇੱਕ ਨਸ਼ਾ ਪਿਆਨਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਉਤਰੇਗਾ। ਤੇਰਾ ਨਸ਼ਾ ਪੀਤਿਆ ਮੱਤ ਮਾਰੀ ਜਾਂਦੀ ਏ, ਇਹ ਨਸ਼ਾ ਪੀਏ ਤੇ ਮੱਤ ਆ ਜਾਂਦੀ ਏ, ਮੱਤ ਮਰਦੀ ਨਹੀਂ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਂ ਕੋ ਨਦਰ ਕਰੇ
अमृत का व्यापारी होवे। क्या मद छुछै भाव धरे, गुर की साखी अमृत बाणी पीवत ही परवान भया। दर दर्शन का प्रीतम होवे, मुक्त पुगुंठै करे किया। सिफती रता साध बैरागी, जुए जन्म न हारै। कह नानक सुन भरथर जोगी, खीवा अमृत धारै। आ मेरे नाल बैठ, मैं तेनू ज्ञान दे गुड़ दे राही ਉਹ ਨਸ਼ਾ ਪਿਆ ਦਿਆਂ ਜਿਸ ਨਾਲ ਸਾਰੀ ਜ਼ਿੰਦਗੀ ਮਖਮੂਰ ਹੋ ਜਾਏ। ਤੇ ਮੇਰੇ ਸਾਹਿਬ ਕਹਿੰਦੇ ਨੇ ਇਸ ਸੱਚ ਦੇ ਨਾਲ ਆਪਣਾ ਜੀਵਨ ਸਤ ਸਰਾ ਕਰ ਸਾਰ ਵਾਲਾ ਜੀਵਨ ਬਣਾ, ਜਿੱਥੇ ਸੱਚ ਸਰਾ ਬਣ ਜਾਏ, ਸੱਚ ਸ਼ਰਾਬ ਬਣ ਜਾਏ ਤੇ ਇਹ ਤੇਰੀ ਜ਼ਿੰਦਗੀ ਦਾ ਇੱਕ ਸਾਰ ਸ੍ਰੇਸ਼ਟ ਰਸ ਪੈਦਾ ਹੋ ਜਾਏ ਜੀ। ਹੁਣ ਮੰਡੇ ਕਰ ਸੀਲ ਘਿਓ, ਮੰਡੇ ਪ੍ਰਸ਼ਾਦੇ, ਤੂੰ ਬਾਹਰ ਦੇ ਪ੍ਰਸ਼ਾਦੇ ਤੇ ਛਕੇ ਰੋਟੀਆਂ ਖਾਧੀਆਂ, ਤੂੰ ਕਦੀ ਆਪਣੇ ਜੀਵਨ ਵਿੱਚ ਗੁਣ ਦੇ ਮੰਡੇ ਖਾ, ਤੇਰੇ ਕੋਲ ਸ਼ੁਭ ਗੁਣ ਹੋਵਣ। ਮੈਂ ਬੇਨਤੀ ਕਰਦੇ ਹਾਂ, ਇੱਕ ਹੈ ਗਿਆਨ ਦੀ ਗੱਲ, ਇੱਕ ਹੈ ਗੁਣ ਦੀ ਗੱਲ। ਜ਼ਰੂਰ ਥੋੜੀ ਗੱਲ ਧਿਆਨ ਚ ਰੱਖਿਓ। ਜਦੋਂ ਅੰਦਰ ਸ਼ੁਭ ਗੁਣ ਆ ਜਾਂਦੇ ਨੇ, ਫਿਰ ਸ਼ੁਭ ਗੁਣਾਂ ਦੇ ਵਿੱਚ ਉਸ ਦੇ ਜੀਵਨ ਵਿੱਚ ਕੋਈ ਔਗਣ ਪ੍ਰਵੇਸ਼ ਨਹੀਂ ਕਰਦਾ। ਇਹ ਗੁਣ ਦਇਆ ਦਾ ਗੁਣ, ਸੇਵਾ ਦਾ ਗੁਣ, ਮਿੱਠੇ ਬੋਲਣ ਦਾ ਗੁਣ, ਪਰ ਉਪਕਾਰ ਕਰਨ ਦਾ ਗੁਣ, ਕਿਸੇ ਗਰੀਬ ਦੀ ਬਾਹ ਫੜਨ ਵਾਲਾ ਗੁਣ। ਇਹ ਜਦੋਂ ਤੇਰੇ ਕੋਲ ਸ਼ੁਭ ਗੁਣਾਂ ਦਾ ਖਜ਼ਾਨਾ ਆ ਜਾਏ, ਇਹ ਸਮਝ ਲਈ ਤੂੰ ਪ੍ਰਸ਼ਾਦੇ ਛਕ ਰਿਹਾ, ਤੇਰੇ ਕੋਲ ਉਹ ਮੰਡੇ ਆ ਗਏ ਨੇ। ਤੇ ਹਜੂਰ ਕਹਿਣ ਲੱਗੇ ਗੁਣ ਮੰਡੇ ਕਰ ਸੀਲ ਘਿਓ। ਜਿਵੇਂ ਪ੍ਰਸ਼ਾਦਿਆਂ ਨੂੰ, ਰੋਟੀਆਂ ਨੂੰ ਘਿਓ ਲਾਇਆ ਜਾਂਦਾ, ਤਿਵੇਂ ਤੇਰੇ ਜੀਵਨ ਵਿੱਚ ਚੰਗਾ ਸੁਭਾਅ, ਸੀਲ ਘਿਓ ਦੇ ਅਰਥ ਨੇ ਚੰਗਾ ਸੁਭਾਅ, ਸੀਤਲਤਾ ਵਾਲਾ ਤੇ ਸੋਹਣਾ ਸੁਭਾਅ ਬਣ ਜਾਣਾ। ਇਹ ਸਮਝ ਲੈਣਾ ਗੁਣਾਂ ਦੇ ਨਾਲ ਨਾਲ ਤੇ ਅੰਦਰਲਾ ਪ੍ਰਸ਼ਾਦਾ ਉਹ ਘਿਓ ਨਾਲ ਸਰਸ਼ਾਰ ਹੋ ਗਿਆ ਜੀ। ਸਰਮ ਮਾਸ ਆਹਾਰ, ਆ ਮਾਸ ਹੈ, ਸ਼ਰਮ ਮਾਸ ਆਹਾਰ। ਤੇਰੇ ਕੋਲ ਲੱਜ ਹੋਵੇ, ਬੇਸ਼ਰਮ ਜ਼ਿੰਦਗੀ ਨਾ ਹੋਵੇ, ਸ਼ਰਮ ਮਾਸ ਆਹਾਰ। ਮੈਂ ਬੇਨਤੀ ਕਰਾਂਗਾ ਪਹਿਰਾਵੇ ਵਿੱਚ ਵੀ ਥੋੜੀ ਸ਼ਰਮ ਝਲਕਦੀ ਹੋਵੇ, ਅਤੇ ਜ਼ਿੰਦਗੀ ਦੇ ਹਰ ਕੰਮ ਵਿੱਚ ਉਹ ਕੰਮ ਨਾ ਕੀਤਾ ਜਾਏ ਜਿਸ ਨਾਲ ਸਾਡੀ ਲੱਜ ਪੱਤ ਲੈ ਜਾਏ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਇਹ ਸ਼ਰਮ ਵਿੱਚ ਰਹਿ ਕੇ ਇਹ ਤੇਰਾ ਮਾਸ ਦਾ ਆਹਾਰ ਹੈ ਜੀ। ਗੁਰਮੁਖ ਪਾਈਐ ਨਾਨਕਾ, ਖਾਧਾ ਜਾਹੇ ਬਿਕਾਰ। ਗੁਰਮੁਖ ਪਾਈਐ, ਗੁਰੂ ਕੋਲ ਆ ਕੇ ਗੁਰੂ ਵੱਲ ਮੁਖ ਕਰਕੇ ਇਸ ਨੂੰ ਪਾਇਆ ਜਾਂਦਾ। ਤੇ ਫਿਰ ਜਦੋਂ ਇਸ ਨੂੰ ਖਾਈਏ, ਅੰਦਰ ਗਿਆਨ ਹੋਵੇ, ਅੰਦਰ ਸ਼ੁਭ ਗੁਣ ਹੋਵਨ, ਅੰਮ੍ਰਿਤ ਵੇਲਾ ਹੋਵੇ, ਵਾਹਿਗੁਰੂ ਵਾਹਿਗੁਰੂ ਸਿਮਰਨ ਹੋਵੇ, ਤੇ ਜਦੋਂ ਇਹ ਸੁਰਤ ਖਾਏਗੀ ਨਾ, ਇਹ ਮਨ ਖਾਏਗਾ, ਇਸ ਨਾਲ ਵਿਕਾਰ ਪੈਦਾ ਨਹੀਂ ਹੋਣਗੇ, ਵਿਕਾਰ ਚਲੇ ਜਾਣਗੇ, ਜ਼ਿੰਦਗੀ ਸ਼ੁੱਧ ਸੋਹਣੀ ਆਲਾ ਬਣ ਜਾਏਗੀ ਜੀ। ਮਰਦਾਨਾ ਪਹਿਲਾ, ਹਜ਼ੂਰ ਫਿਰ ਦੂਸਰੇ ਸ਼ਲੋਕ ਵਿੱਚ ਮਰਦਾਨਾ ਨਾਲ ਨਾਮ ਲਾ ਕੇ ਬਾਣੀ ਦਾ ਉਚਾਰਨ ਕਰਦੇ ਹਨ ਜੀ। ਕਾਇਆ ਲਾਹਨ ਆਪ ਮਦ, ਮਜਲਸ ਤ੍ਰਿਸ਼ਨਾ ਧਾਤ। ਭਲਿਆ ਤੈਨੂੰ ਸਰੀਰ ਮਿਲਿਆ, ਕਾਇਆ ਮਿਲੀ ਹੈ, ਇਸ ਨੂੰ ਤੂੰ ਕੀ ਲਾਹਣ ਬਣਾਉਣਾ ਚਾਹੁੰਦਾ? ਉਧਰ ਜਿਹੜੀ ਭੱਠੀ ਵਿੱਚ ਮਟਕਾ ਪਾ ਕੇ, ਸਮਾਨ ਪਾ ਕੇ, ਗੁੜ ਤੇ ਸੱਕ ਆਦਿਕ ਪਾ ਕੇ ਲੋਕਾਂ ਲਾਹਣ ਤਿਆਰ ਕੀਤੀ, ਇੱਧਰ ਮਨਮੁਖ ਲੋਕਾਂ ਨੇ ਭਾਵੇਂ ਕਹਿੰਦੇ ਹੋਣਗੇ ਅਸੀਂ ਬਾਹਰ ਨਸ਼ਾ ਸੇਵਨ ਨਹੀਂ ਕਰਦੇ, ਸਾਹਿਬ ਕਹਿੰਦੇ ਨੇ ਜਰਾ ਝਾਤ ਮਾਰਿਓ ਕਿਤੇ ਇਸ ਸਰੀਰ ਨੂੰ ਉਹ ਸ਼ਰਾਬ ਵਾਲੀ ਭੱਠੀ ਬਣਾ ਕੇ ਸ਼ਰਾਬ ਤੇ ਨਹੀਂ ਤਿਆਰ ਕਰੀ ਜਾ ਰਹੇ। ਕਾਇਆ ਲਾਹਣ ਆਪ ਮਦ, ਆਪਾ ਲੈ ਕੇ ਚੱਲਣਾ। ਮੈਂ ਹਾਂ, ਮੈਂ ਕੋਈ ਐਵੇਂ ਆ? ਆਪਣੇ ਆਪ ਨੂੰ ਗੁਣਵਾਨ ਜਾਣਨਾ, ਜੋ ਜਾਣਾ ਮੈਂ ਜੋਬਨਵੰਤ, ਇਹ ਆਪਾ ਹੈ। ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ। ਧਿਆਨ ਚ ਰੱਖਿਓ, ਇੱਕ ਲੋਕ ਉਹ ਨੇ ਜੋ ਧਨ ਦੇ, ਜਵਾਨੀ ਦੇ, ਅਕਲ ਦੇ ਹੰਕਾਰ ਵਿੱਚ ਜੀਂਦੇ ਨੇ, ਉਹ ਵੀ ਹੰਕਾਰ ਚ ਭਰੇ ਨੇ। ਇੱਕ ਉਹ ਨੇ ਜਿਹੜੇ ਕਰਮ ਚੰਗੇ ਕਰਦੇ ਨੇ।
ਸੇਵਾ ਕਰਦੇ ਹੋਣਗੇ, ਮੈਂ ਬੇਨਤੀ ਕਰਦੇ ਹਾਂ। ਪਰ ਕੁਝ ਸਿਆਣੇ ਕਹਿੰਦੇ ਨੇ ਨਾ, ਸੇਵਾ ਕਰੇ ਜੋੜਿਆਂ ਦੀ ਤੇ ਆਕੜ ਰੱਖੇ ਘੋੜਿਆਂ ਦੀ। ਧਿਆਨ ਚ ਰੱਖਿਓ ਕਿ ਉਹ ਕਰਮਵੰਤ ਹੋ ਕੇ ਸ਼ੁਭ ਕਰਮ ਕਰਕੇ ਜੇ ਆਪੇ ਵਿੱਚ ਭਰਿਆ ਹੈ, ਤੇ ਸਾਹਿਬ ਕਹਿੰਦੇ ਨੇ ਭਲਿਆ ਜਰਾ ਝਾਤ ਮਾਰ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਭਲਿਆ ਇਹੋ ਜੇ ਤੂੰ ਆਪਣੇ ਆਪ ਨੂੰ ਹੰਕਾਰ ਵਿੱਚ ਭਰ ਕੇ ਆਪੇ ਵਿੱਚ ਅਗਰ ਜੀਂਦਾ ਹੈ, ਤੇ ਆਪੇ ਦਾ ਵੀ ਇੱਕ ਨਸ਼ਾ ਹੈ, ਇਹ ਮਦ ਹੈ। ਥੋੜੀ ਗੱਲ ਧਿਆਨ ਚ ਰੱਖਿਓ, ਕਾਮ ਵੀ ਮਦ ਹੈ। ਹਜੂਰ ਨੇ ਪਹਿਲੇ ਸ਼ਲੋਕ ਵਿੱਚ ਕਿਹਾ ਇਹ ਕਾਮਕ ਬਿਰਤੀ ਵੀ, ਹੰਕਾਰ ਵੀ, ਇਹ ਨਸ਼ੇ ਨੇ। तो फिर तू काया दी लाहन बनांदा है, इस शरीर दी भट्ठी विच तू अपने आपे नू कि ऐसी अवस्था विच हंकार विच आपे विच पिया जिंदगी बतीत करदा है जी। मजलस तृष्णा तात, मजलस तेरी ये सांझदारी वाली सांझ, तृष्णा तात। मैं बेनती करांगा, तात दे अर्थ ने पंज ਗਿਆਨ ਇੰਦਰੀਆਂ ਦੇ, ਪੰਜ ਵਿਸ਼ੇ ਵਿੱਚ ਧਾਤੂ ਪੰਜ ਆਪ ਪਾਵੈ, ਜੋ ਕਰਦੇ ਨੇ ਇਹ ਅੱਖਾਂ ਵਿੱਚ ਰੂਪ ਵੇਖਣ ਦਾ, ਜੋ ਕੰਨਾਂ ਵਿੱਚ ਦੁਨੀਆ ਦੇ ਸੰਗੀਤ ਸੁਣਨ ਦਾ ਸੁਭਾਅ, ਨਾਸਕਾਂ ਨੂੰ ਚੰਗੀ ਖੁਸ਼ਬੂ ਲੈਣ ਦਾ ਸੁਭਾਅ, ਤੇ ਤਵਚਾ ਨੂੰ ਖਲੜੀ ਨੂੰ ਸਪਰਸ਼ ਦਾ ਸੁਭਾਅ, ਔਰ ਸੱਚ ਹੈ ਕਿ ਰਸਨਾ ਨੂੰ ਰਸ ਲੈਣ ਦਾ ਸੁਭਾਅ। ਇਹ ਜਿਹੜੀ ਤੇਰੇ ਅੰਦਰ ਧਾਤ ਬਣ ਗਈ ਏ, ਇਹ ਸੁਭਾਅ ਪੰਜ ਔਗਣ ਵਿਸ਼ੇ ਵਿਕਾਰਾਂ ਦੇ ਬਣ ਗਏ ਨੇ। ਚੂੰਕਿ ਇਹ ਹੈ ਤੇਰੀ ਜ਼ਿੰਦਗੀ ਦੇ ਬਰਬਾਦ ਕਰਨ ਵਾਲਾ ਰਾਹ। ਸਾਹਿਬ ਦੇ ਇੱਕ ਪੰਕਤੀ ਦੇ ਪ੍ਰਮਾਣ ਨੂੰ ਧਿਆਨ ਚ ਲਿਓ, ਦੋ ਰਾਹ ਨੇ, ਲਿਵ ਧਾਤ, ਦੋਏ ਰਾਹ ਹੈ। ਮੇਰੇ ਸਾਹਿਬ ਕੀ ਕਹਿੰਦੇ ਨੇ, ਇੱਕ ਹੈ ਲਿਵ ਦਾ ਰਾਹ, ਤੇ ਲਿਵ ਦੇ ਅਰਥ ਨੇ ਰੱਬ ਨਾਲ ਪਿਆਰ ਕਰਨ ਦਾ ਸੁਭਾਅ, ਗੁਰੂ ਕੇ ਸ਼ਬਦ ਨਾਲ ਪਿਆਰ ਕਰਨ ਦਾ ਸੁਭਾਅ, ਸ਼ੁਭ ਗੁਣਾ ਵੱਲ ਪਿਆਰ ਕਰਨ ਦਾ ਸੁਭਾਅ, ਉਹ ਹੈ ਲਿਵ ਦਾ ਸੁਭਾਅ। ਇੱਕ ਹੈ ਆਧਰਮ ਦੀ, ਪਾਪ ਦੀ, ਔਗਣ ਵਿਕਾਰਾਂ ਦੀ ਦੁਨੀਆ ਵੱਲ ਅੰਦਰ ਦੀ ਮਾਨਸਿਕ ਅਵਸਥਾ ਦਾ ਸੁਭਾਅ, ਉਸ ਨੂੰ ਧਾਤ ਕਿਹਾ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੇ ਇਹ ਤ੍ਰਿਸ਼ਨਾ ਜਿਹੜੀ ਧਾਤ ਅੰਦਰ ਬਣ ਗਈ, ਹੋਰ ਖਾ ਲਾਂ, ਹੋਰ ਵੇਖ ਲਾਂ, ਹੋਰ ਰਸ ਲੈ ਲਵਾਂ, ਹੋਰ ਸਪਰਸ਼ ਕਰ ਲਵਾਂ, ਇਹ ਭਲਿਆ ਇਹ ਤੇਰੀ ਮਜਲਿਸ ਬਣ ਗਈ ਹੈ। ਤੂੰ ਇਸ ਮਹਿਫਲ ਵਿੱਚ ਰਹਿਣਾ ਸਿੱਖ ਗਿਆ। ਇਹ ਸੱਚ ਕਰਕੇ ਜਾਣਿਓ, ਬਾਹਰ ਦੁਨੀਆ ਦੀ ਬੰਦਿਆਂ ਦੀ ਮਹਿਫਲ ਜੇ ਚੰਗੀ ਨਹੀਂ ਹੈ, ਉਹ ਵੀ ਜ਼ਿੰਦਗੀ ਬਰਬਾਦ ਕਰਦੀ ਹੈ। ਜੇ ਤੇਰੀ ਬਿਰਤੀ ਦੀ ਮਹਿਫਲ ਚੰਗੀ ਨਹੀਂ ਹੈ, ਉਹ ਵੀ ਤੇਰੀ ਜ਼ਿੰਦਗੀ ਬਰਬਾਦ ਪਈ ਕਰਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਮਜਲਸ ਹੈ ਤ੍ਰਿਸ਼ਨਾ ਧਾਤ, ਤੇਰੇ ਅੰਦਰ ਤ੍ਰਿਸ਼ਨਾ ਦੀ ਬਿਰਤੀ, ਪੰਜੇ ਵਿਸ਼ੇ ਵਿਕਾਰਾਂ ਵੱਲ ਜਾਣੀ, ਇੱਕ ਐਸੀ ਤੇਰੀ ਜ਼ਿੰਦਗੀ ਮਜਲਸ ਵਿੱਚ ਪਈ ਬੀਤਦੀ ਹੈ ਜੀ। ਮਨਸਾ ਕਟੋਰੀ ਕੂੜ ਭਰੀ, ਤੇਰੀ ਮਨਸਾ, ਧਿਆਨ ਚ ਰੱਖਿਓ, ਆਸਾ ਆਵੇ ਮਨਸਾ ਜਾਏ। ਮਨਸਾ ਦੇ ਅਰਥ ਨੇ ਮਨ ਦੇ ਅੰਦਰ ਸੰਸਾਰਿਕ ਵਿਸ਼ੇ ਵਿਕਾਰਾਂ ਦੀ ਅਨੇਕ ਬਿਰਤੀਆਂ ਦਾ ਇਕੱਠਾ ਹੋ ਜਾਣਾ। ਇਹ ਮਨਸਾ ਕਟੋਰੀ ਭਲਿਆ ਤੇਰੀ ਜ਼ਿੰਦਗੀ ਦੀ ਐਸੀ ਬਣ ਗਈ ਹੈ ਜਿਸ ਦੇ ਆਧਾਰ ਤੇ ਕੂੜ ਭਰੀ। ਮੈਂ ਇੱਕ ਅਰਜ਼ ਕਰਦੇ ਹਾਂ, ਜੇ ਤੇਰੇ ਅੰਦਰ ਆਪਣਾ ਦਾਇਰਾ ਲੰਘ ਕੇ ਕੁਝ ਵੀ ਕਰਨ ਦੀ ਬਿਰਤੀ ਬਣ ਗਈ ਏ, ਭਾਵੇਂ ਪੈਸਾ ਕਮਾਉਣਾ ਕੂੜ ਕਪਟ ਹੰਕਾਰ ਨਾਲ ਉਹ ਬਿਰਤੀ ਬਣੀ ਬੈਠੀ ਏ, ਜੇ ਕਿਸੇ ਪਰ ਤਨ ਦੇ ਸਪਰਸ਼ ਵੱਲ ਬਿਰਤੀ ਜਾਂਦੀ ਏ, ਉਹ ਵੀ ਤੇਰੀ ਜੇ ਅਗਰ ਕੂੜ ਨਾਲ ਭਰੀ ਪਈ ਏ, ਜੇ ਤੇਰਾ ਜੀਵਨ ਉਸ ਰੱਬ ਨੂੰ ਭੁਲਾ ਕੇ ਸਿਰਫ ਸੰਸਾਰ ਵਿੱਚ ਬਤੀਤ ਪਿਆ ਹੁੰਦਾ, ਇਹ ਸਮਝ ਲੈਣਾ ਉਹ ਮਨਸਾ ਕਟੋਰੀ ਭਰੀ ਪਈ ਏ ਤੇਰੇ ਅੰਦਰ, ਜਿਹੜੀ ਦਿਨ ਰਾਤ ਤੈਨੂੰ ਸੰਸਾਰ ਵੱਲ ਪਈ ਦੌੜਾਉਂਦੀ ਪਈ ਹੈ ਜੀ। ਪੀ ਲਾਏ ਜਮਕਾਲ, ਇਹ ਅਗਰ ਤੂੰ ਪੀ ਲੈਂਦਾ ਹੈ ਤੇ ਕਿੱਥੇ ਜਾ ਰਿਹਾ ਹੈ? ਜਮਕਾਲ ਵਿੱਚ, ਉਸ ਮੌਤ ਦੇ ਫੰਦੇ ਵਿੱਚ। ਮੈਂ ਬੇਨਤੀ ਕਰਾਂਗਾ, ਕਾਲ ਸਮੇਂ ਨੂੰ ਕਹਿੰਦੇ ਨੇ, ਕਾਲ ਸਮਾਂ ਜ਼ਿੰਦਗੀ ਦਾ ਭੋਗ ਕੇ ਗੁਜ਼ਰ ਜਾਏ ਤੇ ਮੌਤ ਦੇ ਫੰਦੇ ਨੂੰ ਵੀ ਕਹਿੰਦੇ ਨੇ।
ਉਹ ਪਲ ਪਲ ਔਧ ਪਈ ਘਟਦੀ ਹੈ। ਭਲਿਆ ਕੀ ਉਹ ਇੱਕ ਇੱਕ ਸਵਾਸ ਤੇਰਾ ਜੰਮ ਵੱਲ ਤੇ ਨਹੀਂ ਜਾ ਰਿਹਾ। ਇਹ ਗੱਲ ਧਿਆਨ 'ਚ ਰੱਖਿਓ। ਜਿਹੜਾ ਸਮਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਬੀਤ ਰਿਹਾ, ਉਹ ਸਮਾਂ ਤੇਰਾ ਰੱਬ ਦੇ ਘਰ ਵੱਲ, ਤੈਨੂੰ ਅਕਾਲ ਵੱਲ ਲਿਜਾ ਰਿਹਾ। ਤੇ ਜਿਹੜਾ ਰੱਬ ਤੋਂ ਭੁਲਾ ਕੇ ਸਮਾਂ ਬੀਤ ਰਿਹਾ, ਉਹ ਪੀ ਲਾਏ ਜੰਮ ਕਾਲ, ਉਹ ਤੇਰਾ ਸਮਾਂ ਜੰਮ ਦੇ ਰਾਹ ਵੱਲ ਜਾ ਰਿਹਾ ਹੈ ਜੀ। ਏਤ ਮਦ ਪੀਤਾ ਨਾਨਕਾ ਬਹੁਤੇ ਖਟੀ ਹੈ ਬਿਕਾਰ। ਹਜੂਰ ਨੇ ਪਹਿਲੇ ਸ਼ਲੋਕ ਦੀ ਇੱਕ ਪੰਕਤੀ ਚ ਕਿਹਾ ਸੀ ਵੀ ਖਾਧੇ ਜਾਹੇ ਬਿਕਾਰ। ਹੁਣ ਉਹ ਨਾਮ ਦਾ ਭੋਜਨ ਖਾਧੇ ਆ, ਵਿਕਾਰ ਚਲੇ ਜਾਂਦੇ ਨੇ। ਪਰ ਇਤ ਮਦ ਪੀਤਾ ਨਾਨਕਾ ਬਹੁਤੇ ਖਟੀਆਂ ਬਿਕਾਰ। ਅਗਰ ਤੂੰ ਇਹ ਕੂੜ ਦਾ, ਮੋਹ ਮਮਤਾ ਦਾ, ਕਾਮ ਕ੍ਰੋਧ ਦਾ ਇਹ ਨਸ਼ਾ ਸੇਵਨ ਕਰੇਗਾ ਤੇ ਇਹੋ ਜੀ ਮਦ ਪੀਤਿਆਂ ਹਜੂਰ ਕਹਿੰਦੇ ਨੇ ਤੂੰ ਆਪਣੇ ਜੀਵਨ ਵਿੱਚ ਵਿਕਾਰ ਖਟੇਗਾ। ਮੈਂ ਬੇਨਤੀ ਕਰਦੀ ਹਾਂ, ਚੰਗੀ ਚੀਜ਼ ਖੱਟ ਕੇ ਲਿਆਉਣੀ ਚਾਹੀਦੀ ਕਿ ਭੈੜੀ ਚੀਜ਼ ਖੱਟ ਕੇ ਲਿਆਉਣੀ ਚਾਹੀਦੀ। ਕੋਈ ਬੰਦਾ ਘਰੋਂ ਪੈਸੇ ਲੈ ਜਾਏ ਤੇ ਇਹ ਆਖੇ ਮੈਂ ਗਲੀਆਂ ਦਾ ਕੂੜਾ ਕਰਕਟ ਹੈ, 4 ਮਜ਼ਦੂਰ ਲਿਆ ਕੇ, ਕੋਈ ਗੱਡੀ ਵਾਲੇ ਨੂੰ ਸੱਦ ਕੇ ਟਰਾਲੀ ਭਰ ਕੇ, ਕੋਈ ਮੈਂ ਕਿਸੇ ਹੋਰ ਸਾਧਨ ਰਾਹੀਂ ਇਹ ਹੁਣ ਇਕੱਠਾ ਕਰਕੇ ਘਰ ਭਰ ਲਵਾਂ। ਮੈਂ ਬੇਨਤੀ ਕਰਾਂ ਕਿ ਘਰ ਬਰਬਾਦ ਹੋਏਗਾ ਕਿ ਨਹੀਂ? ਘਰ ਵਿੱਚ ਬਦਬੂ ਫੈਲੇਗੀ। ਭਲਿਆ ਆਪਣੇ ਸਰੀਰ ਦੇ ਇਸ ਘਰ ਵਿੱਚ ਤੂੰ ਉਹ ਕੁਝ ਇਕੱਠਾ ਨਾ ਕਰ ਜਿਹੜੇ ਕਿ ਬਹੁਤੇ ਖੱਟੀਆਂ ਬਿਕਾਰ। ਉਹ ਵਿਕਾਰਾਂ ਦੀ ਖੱਟੀ ਨਾ ਖੱਟ, ਤੂੰ ਧਰਮ ਦੀ ਖੱਟੀ ਖੱਟ, ਤੂੰ ਨਾਮ ਦੀ ਖੱਟੀ ਖੱਟ, ਤੂੰ ਸੇਵਾ ਦੀ ਖੱਟੀ ਖੱਟ, ਨਾ ਕਿ ਜ਼ਿੰਦਗੀ ਵਿੱਚ ਔਗਣ ਵਿਕਾਰਾਂ ਨੂੰ ਇਕੱਠਿਆਂ ਕਰ ਜੀ। ਗਿਆਨ ਗੁੜ ਸਾਲਾਹ ਮੰਡੇ ਭਉ ਮਾਸ ਆਹਾਰ। ਗਿਆਨ ਦਾ ਗੁੜ ਲੈ। ਮੈਂ ਬੇਨਤੀ ਕਰਾਂਗਾ, ਅੰਦਰ ਗਿਆਨ ਆ ਜਾਏ ਕਿ ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਜ਼ਿੰਦਗੀ ਕੀ ਹੈ, ਕਰਨਾ ਕੀ ਹੈ, ਜਾਣਾ ਕਿੱਥੇ ਹੈ। ਬ੍ਰਹਮ ਦਾ ਗਿਆਨ ਆ ਜਾਏ, ਆਪੇ ਦਾ ਗਿਆਨ ਆ ਜਾਏ, ਘਟ ਘਟ ਵਿੱਚ ਵਸਦੇ ਨਿਰੰਕਾਰ ਦਾ ਗਿਆਨ ਆ ਜਾਏ। ਗਿਆਨ ਗੁੜ ਸਲਾਹ ਮੰਡੇ। ਤੇ ਫਿਰ ਮੰਡੇ ਕਿਹੜੇ ਨੇ, ਪ੍ਰਸ਼ਾਦੇ ਕਿਹੜੇ ਤਿਆਰ ਕਰਨੇ ਨੇ? ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ। 2 ਗੱਲਾਂ ਧਿਆਨ 'ਚ ਰੱਖਿਓ। ਪਹਿਲਾਂ ਰੱਬ ਦਾ ਗਿਆਨ ਹਾਸਲ ਕਰਨਾ, ਰੱਬ ਕੀ ਹੈ, ਉਹ ਕੀ ਕਰਦਾ ਹੈ, ਉਹ ਕਿਵੇਂ ਮੈਨੂੰ ਪੈਦਾ ਕਰਕੇ ਕਿਵੇਂ ਮੇਰਾ ਸਰੀਰ ਚਲਾ ਰਿਹਾ। ਫਿਰ ਉਸ ਦੀ ਸਿਫਤੋ ਸਲਾਹ ਕਰਨਾ। ਵਾਹ ਮੇਰੇ ਸਾਹਿਬਾ, ਵਾਹ ਵਾਹ ਤੂੰ ਹੈ, ਵਾਹ ਵਾਹ ਤੇਰੀ ਰਜ਼ਾਏ। ਜੋ ਕੁਛ ਕਰ ਹੈ ਸੋਈ ਪਰ ਹੋਏ ਬਾ, ਅਵਰ ਨਾ ਕਰਨਾ ਜਾਏ। ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਹਿਬ ਕਹਿਣ ਲੱਗੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪ੍ਰਸ਼ਾਦੇ ਤਿਆਰ ਕਰਨੇ ਹਨ ਜੀ। ਭਉ ਮਾਸ ਆਹਾਰ। ਹਾਂ, ਆ ਮਾਸ ਭਉ ਦਾ, ਇਹ ਸ਼ੱਕ ਰੱਬ ਦੇ ਭਉ ਵਿੱਚ ਰਹਿ। ਉਧਰ ਕਿਸੇ ਦਾ ਮਰ ਜਾਣਾ ਮਾਸ ਬਣਦਾ, ਇੱਧਰ ਤੇਰੇ ਅੰਦਰੋਂ ਆਪਣੀ ਹਉ ਦਾ ਮਰ ਜਾਣਾ ਤੇ ਰੱਬ ਦੇ ਡਰ ਵਿੱਚ ਰਹਿਣਾ। ਹਜੂਰ ਕਹਿੰਦੇ ਨੇ ਇੱਕ ਐਸਾ ਮਾਸ ਦਾ ਆਹਾਰ ਹੈ, ਔਗਣਾ ਤੋਂ ਭਉ ਕਰਿਓ। ਮੈਂ ਬੇਨਤੀ ਕਰਾਂਗਾ, ਭਉ ਡਰ ਕਿੱਥੋਂ ਕਿੱਥੋਂ ਰੱਖਣਾ ਹੈ। ਜੇ ਮੈਂ ਸਿਮਰਨ ਨਾ ਕੀਤਾ, ਇੱਕ ਦਿਨ ਜਮ ਦੇ ਫੰਦੇ ਵਿੱਚ ਜਾਵਾਂਗਾ, ਇਹ ਡਰ ਅੰਦਰ ਰੱਖਿਓ। ਅਗਰ ਮੈਂ ਔਗਣ ਵਿਕਾਰ ਕੀਤੇ ਤੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਇਹ ਅੰਦਰ ਭਉ ਰੱਖਿਓ। ਇਹ ਤੇ ਸੱਚ ਹੈ, ਜੇ ਔਗਣ ਵਿਕਾਰਾਂ ਦਾ ਬੀਜ ਬੀਜਾਂਗਾ ਕੰਡੇ ਚੁਭਣਗੇ। ਇਹ ਅੰਦਰ ਭਉ ਰੱਖਿਓ, ਜੈਸਾ ਬੀਜੈ ਸੋ ਲੁਣਾ, ਕਰਮਾ ਸੰਦੜਾ ਖੇਤ। ਹਜੂਰ ਕਹਿੰਦੇ ਨੇ ਇਸ ਤਰ੍ਹਾਂ ਭਉ ਵਿੱਚ ਰਹਿਣਾ, ਇਹ ਸਮਝ ਲੈਣਾ ਮਾਸ ਦਾ ਆਹਾਰ ਹੈ ਜੀ। ਨਾਨਕ ਇਹੋ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਹਜੂਰ ਕਹਿੰਦੇ ਨੇ ਭੋਜਨ ਸੱਚ ਹੈ, ਇਹ ਸੱਚ ਦਾ ਨਾਮ, ਇਹ ਆਧਾਰ ਹੈ, ਇਹ ਆਸਰਾ ਹੈ। ਉਧਰ ਭੁੱਖ ਲੱਗੀ, ਮਨੁੱਖ ਭੋਜਨ ਖਾਂਦਾ ਹੈ, ਉਸ ਨੂੰ ਆਧਾਰ ਮਿਲਦਾ ਹੈ, ਆਸਰਾ ਮਿਲਦਾ ਹੈ, ਭੁੱਖ ਮੁੱਕਦੀ ਹੈ। ਇੱਧਰ ਵਾਹਿਗੁਰੂ ਵਾਹਿਗੁਰੂ ਕੀਤਾ,
ਜਨਮਾਂ ਜਨਮਾਂ ਦੀ ਮਨ ਦੀ ਭੁੱਖ ਮੁੱਕ ਜਾਂਦੀ ਹੈ। ਇਹ ਸੱਚ ਦਾ ਨਾਮ ਆਧਾਰ ਆਸ਼ਰਾ ਬਣ ਜਾਂਦਾ ਹੈ ਜੀ। ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ। ਇੱਥੇ ਭਾਵੇਂ ਸਿਰਲੇਖ ਸ਼ਲੋਕ ਦਾ ਨਹੀਂ ਹੈ, ਪਰ ਵਿਦਵਾਨਾਂ ਦੀ ਖੋਜ ਆਧਾਰ ਇਸ ਨੂੰ ਮੰਨਿਆ ਗਿਆ ਵੀ ਇਹ ਤੀਸਰਾ ਸ਼ਲੋਕ ਆਰੰਭ ਹੋਇਆ। ਅੰਕ ਵੀ ਪਹਿਲਾ 2 ਤੇ ਮੁੱਕਿਆ ਸੀ, ਅਗਲੀਆਂ ਪੰਕਤੀਆਂ ਪੜਾਂਗੇ ਤੇ ਅੰਕ 3 ਆਉਂਦਾ। ਇਸ ਕਰਕੇ ਇਹ ਸ਼ਲੋਕ ਹੁਣ ਤੀਸਰਾ ਆਰੰਭ ਹੋ ਰਿਹਾ। ਕਾਇਆ ਲਾਹਣ ਆਪ ਮਦ। ਹਜੂਰ ਕਹਿੰਦੇ ਨੇ ਇਸ ਸਰੀਰ ਨੂੰ ਹੁਣ ਲਾਹਣ ਅਸਾਂ ਕਿਵੇਂ ਬਣਾਣਾ, ਜਿੱਥੇ ਆਪ ਵਾਹਿਗੁਰੂ ਜੀ ਉਹ ਅੰਦਰ ਸੁਰਤ ਵਿੱਚ ਬੈਠ ਜਾਣ ਤੇ ਹਰ ਵੇਲੇ ਅੰਮ੍ਰਿਤ ਤਿਸ ਕੀ ਧਾਰ। ਮੈਂ ਬੇਨਤੀ ਕਰਾਂਗਾ, ਧਾਰ ਜਿਵੇਂ ਇੱਕ ਸਾਰ ਕਿਸੇ ਉੱਪਰ ਪਾਣੀ ਦੇ ਜ਼ਖੀਰੇ ਤੋਂ ਪਹਾੜਾਂ ਤੋਂ ਥੱਲੇ ਪਈ ਡਿੱਗਦੀ ਹੋਵੇ ਧਾਰ, ਇਸੇ ਤਰ੍ਹਾਂ ਤੇਰੀ ਸੁਰਤ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਉਹ ਇੱਕ ਸਾਰਤਾ ਦੀ ਬਿਰਤੀ ਬਣ ਜਾਣੀ। ਇਹ ਸਮਝ ਲੈਣਾ ਅੰਮ੍ਰਿਤ ਤਿਸ ਕੀ ਧਾਰ। ਹਰ ਵੇਲੇ ਤੇਰੇ ਅੰਦਰ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ ਸੁਨ ਸ਼ਬਦ ਵਿਚਾਰਾ। ਤੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਸੁਰਤ ਵਿੱਚ ਵਸ ਜਾਏ। ਜਿੱਧਰ ਧਿਆਨ ਜਾਏ ਉਧਰ ਸੱਚ ਵਸਿਆ ਤੇਰੇ ਅਨੁਭਵ ਵਿੱਚ ਆਉਂਦਾ ਰਹੇ। ਇਹ ਹਜੂਰ ਕਹਿੰਦੇ ਨੇ ਇਹ ਅੰਮ੍ਰਿਤ ਧਾਰਾ ਤੇਰੇ ਅੰਦਰ ਵਗਣ ਲੱਗ ਜਾਏਗੀ ਜੀ। ਸਤ ਸੰਗਤ ਸਿਓ ਮਿਲਾਪ ਹੋਏ। ਹਾਂ, ਇਹ ਕਿਵੇਂ ਫਿਰ ਧਾਰਾ ਅੰਦਰ ਚੱਲਦੀ ਹੈ? ਸਤ ਸੰਗਤ ਸਿਓ ਮਿਲਾਪ ਹੋਏ। ਇਹ ਗੱਲ ਥੋੜੀ ਧਿਆਨ ਚ ਰੱਖਿਓ। ਚੂੰਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਕਿਵੇਂ ਸਤ ਸੰਗਤ ਨਾਲ ਮਿਲਾਪ ਹੋ ਜਾਏ? ਜਿਵੇਂ ਇੱਕ ਸ਼ਹਿਦ ਦੀ ਮੱਖੀ ਨੇ ਸ਼ਹਿਦ ਦੇ ਛੱਤੇ ਨਾਲ ਮਿਲਾਪ ਕੀਤਾ। ਧਿਆਨ ਚ ਰੱਖਿਓ। ਜੈਸੇ ਮਦਪ ਮਖੀਰਾ, ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਨਾਲ ਜੁੜੀ ਹੈ, ਭਲਿਆ ਤਿਵੇਂ ਤੇਰੀ ਸੁਰਤ ਸਤ ਸੰਗਤ ਨਾਲ ਜੁੜੇ। ਵੇਖੋ ਕਿੱਡੇ ਵੱਡੇ ਭਾਗਾਂ ਵਾਲੇ ਹੋ। ਭਾਵੇਂ ਕੁਛ ਸ਼ਹਿਰ ਚੋਂ ਚੱਲ ਆਈਆਂ ਸੰਗਤਾਂ, ਕੁਛ ਹੋਰ ਹਿੰਦੁਸਤਾਨ ਤੇ ਸ਼ਾਇਦ ਕੋਈ ਵਿਦੇਸ਼ ਚੋਂ ਵੀ ਚੱਲ ਆਈਆਂ ਸੰਗਤਾਂ ਇਸ ਵਕਤ ਸਤ ਸੰਗਤ ਨਾਲ ਜੁੜੀਆਂ ਬੈਠੀਆਂ। ਭਾਵੇਂ ਕੋਈ ਨਹੀਂ ਆ ਸਕੇ, ਉਹ ਪੀਟੀਸੀ ਚੈਨਲ ਰਾਹੀਂ ਸਤ ਸੰਗਤ ਨਾਲ ਜੁੜ ਬੈਠੇ ਨੇ। ਸਤ ਸੰਗਤ ਸਿਓ ਮਿਲਾਪ ਹੋਏ। ਐਸਾ ਮਿਲਾਪ ਹੋ ਜਾਏ ਕਿ ਇਹ ਗੱਲ ਅੰਦਰ ਬੈਠ ਜਾਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗਤ ਨਾਲ ਮਿਲਾਪ ਕਰ ਲੈਂਦਾ ਉਹ ਰੋਜ਼ ਸੰਗਤ ਕਰਦਾ। ਰੋਜ਼ ਸੰਗਤ ਕਰਦਿਆਂ ਕਰਦਿਆਂ ਜਿਵੇਂ ਇੱਕ ਚੰਦਨ ਦੇ ਕੋਲ ਪੌਦਾ ਰੋਜ਼ ਖੁਸ਼ਬੂ ਲੈਂਦਿਆਂ ਲੈਂਦਿਆਂ ਚੰਦਨ ਦੇ ਸੰਗ ਵਿੱਚ ਚੰਦਨ ਬਣ ਜਾਂਦਾ। ਸਤ ਸੰਗਤ ਵਿੱਚ ਆਉਣ ਵਾਲਾ ਰੋਜ਼ ਸਤ ਦਾ ਅਨੁਭਵੀ ਬਣ ਜਾਂਦਾ ਹੈ। ਤੋ ਸਤ ਸੰਗਤ ਸਿਓ ਮਿਲਾਪ ਹੋਏ ਤੇ ਫਿਰ ਅੱਗੋਂ ਕੀ ਅਵਸਥਾ ਬਣਦੀ ਹੈ ਜੀ? ਲਿਵ ਕਟੋਰੀ ਅੰਮ੍ਰਿਤ ਭਰੀ। ਹੁਣ ਕੀ ਹੋ ਗਿਆ? ਹੁਣ ਜਿਹੜੀ ਉਹ ਲਿਵ ਸੀ ਨਾ, ਲਿਵ ਦੀ ਕਟੋਰੀ, ਉਹ ਹੁਣ ਧਾਤ ਵਾਲੀ ਨਹੀਂ ਰਹਿ ਗਈ। ਤ੍ਰਿਸ਼ਨਾ ਧਾਤ ਵਾਲੀ ਨਹੀਂ ਰਹਿ ਗਈ। ਹੁਣ ਉਹ ਲਿਵ ਬਣ ਗਈ। ਉਹ ਅੰਮ੍ਰਿਤ ਭਰੀ, ਵਾਹਿਗੁਰੂ ਨਾਲ ਪਿਆਰ ਵਾਲੀ, ਸਤ ਸੰਗਤ ਨਾਲ ਪਿਆਰ ਵਾਲੀ, ਗੁਰਸਿੱਖਾਂ ਨਾਲ ਪਿਆਰ ਵਾਲੀ ਲਿਵ ਬਣ ਗਈ। ਉਹ ਸੇਵਾ ਨਾਲ ਪਿਆਰ ਵਾਲੀ ਲਿਵ ਬਣ ਗਈ। ਹੁਣ ਲਿਵ ਕਟੋਰੀ ਅੰਮ੍ਰਿਤ ਭਰੀ। ਮੈਂ ਬੇਨਤੀ ਕਰਾਂਗਾ, ਹਰ ਸੁਰਤ ਵਿੱਚ ਵਾਹਿਗੁਰੂ ਹੋਵੇਗਾ, ਹਰ ਸੁਰਤ ਵਿੱਚ ਧਰਮ ਦਾ ਜੀਵਨ ਹੋਵੇਗਾ। ਜ਼ਹਿਰ ਤੇ ਨਹੀਂ ਨਾ ਅੰਦਰ ਆਏਗੀ। ਹੁਣ ਤੇ ਅੰਮ੍ਰਿਤ ਭਰੀ ਉਹ ਪਿਆਰ ਭਰੀ ਬਿਰਤੀ ਬਣ ਗਈ ਜੀ। ਪੀ ਪੀ ਕਟੇ ਵਿਕਾਰ। ਇਹਨੂੰ ਜਦੋਂ ਬਾਰ-ਬਾਰ ਸੁਰਤ ਪੀਵੇਗੀ, ਮਨ ਪੀਵੇ, ਸੁਣ ਸ਼ਬਦ ਵਿਚਾਰਾ, ਫਿਰ ਇਸ ਨਾਲ ਅੰਦਰ ਜਿਹੜੇ ਵਿਕਾਰ ਇਕੱਠੇ ਹੋਏ ਸੀ, ਵਿਸ਼ੇ ਵਿਕਾਰਾਂ ਦੀ ਬਿਰਤੀ, ਬੇਕਾਰ ਬਿਰਤੀ ਜਿੰਨੀ ਅੰਦਰ ਇਕੱਠੀ ਹੋਈ ਸੀ, ਉਹ ਸਾਰੀ ਕੱਟੀ ਜਾਂਦੀ ਹੈ। ਇਹ ਗੱਲ ਜ਼ਰੂਰ ਧਿਆਨ ਚ ਰੱਖਿਓ। ਮਨ ਨੇ ਪਤਾ ਨਹੀਂ ਜਨਮਾਂ ਜਨਮਾਂ ਤੋਂ ਕਿੰਨੇ ਕੁ ਵਿਕਾਰਾਂ ਦੀ ਬਿਰਤੀ ਅੰਦਰ ਬਣਾਈ ਏ, ਪਰ ਅੱਜ ਸਤਸੰਗਤ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਆਪਣਾ ਆਪਾ ਉਹਨਾਂ ਵਿਕਾਰਾਂ ਤੋਂ ਰਹਿਤ ਨਿਰਵਿਕਾਰ ਅਵਸਥਾ ਵਾਲਾ ਬਣਾ ਲੈਣਾ ਹੈ ਜੀ। ਪੌੜੀ ਆਪੇ ਸੁਰ ਨਰ ਗਨ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਪੌੜੀ ਰਾਹੀਂ ਫਰਮਾਨ ਕਰਦੇ ਨੇ, ਵਾਹਿਗੁਰੂ ਜੀ ਆਪ ਹੀ
आओ जरा उस निरंकार दे विस्तार वाल चलिए। वो आप सुर देवते भी आप बन गया, नर मनुख भी आप बन गया, गण जो देवतियां दे गायक सन वो भी आप बन गया, गंधर्व भी आप बन गया, वो शिव जी दे सेवक जो गण कहलांदे सन वो भी वाहिगुरु आप बन गया। आपे सुर नर गण गंधर्वा, आपे खट दर्शन की बाणी, खट दर्शन वरता वरतारा, 6 शास्त्रां नूं खट दर्शन किया गया। ਉਹ ਭਾਵੇਂ ਪਤੰਜਲੀ ਹੋਵੇ ਭਾਵੇਂ ਮੀਮਾਂਸਾ ਹੋਵੇ, ਉਹ 6 ਸ਼ਾਸਤਰਾਂ ਦੀ ਜੋ ਬਾਣੀ ਹੈ ਹਜੂਰ ਕਹਿੰਦੇ ਨੇ ਉਹ ਵੀ ਨਿਰੰਕਾਰ ਆਪ ਹੀ ਬਣਿਆ ਹੈ ਜੀ। ਆਪੇ ਸਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਉਹ ਆਪ ਹੀ शिव शंकर महेश बनिया। हजूर कहते ने आप ही गुरमुख बन के उस वाहिगुरु दी जेड़ी कहानी अकथ सी ना, कथी नहीं सी जा सकती, उस वाहिगुरु जी दी अकथ कहानी नू कथन दे लई भी कोई स्वरूप आप धारण करके गुरमुख बन गया जी। आपे जोगी आपे भोगी, आपे सन्यासी फिरै बेबाणी। देखो एक थां ते जोगी बन गया, कुछ नहीं चाहिए, योगी है। एक थां ते भोगी बने बैठे ने। हजूर कहते ने गहराई विच उतरिए ते 5 तत्त दी रचना भी आप धारी, अंदर जोत भी अपनी टकाई, उन्हां नूं चलाउण वाला भी आप। एक महल तू होहे अफारो, एक महल निमानो, एक महल तू आपे आपे, एक महल गरीबानो, एक महल तू पंडित भगता, एक महल खाल होता, एक महल तू सब किश ग्राहज, एक महल कशु ना लेता। ये सारे रूप जोगी दे भी ते भोगी दे भी हजूर कहते ने निरंकार ने आप ही धारण कीते। ते आपे सन्यासी फिरै बेबानी, एक थां ते सन्यास धारण करके बेबानी कहिए जंगलां विच तुरिया फिरदा वेखिया। ते साहब कहते ने ये भी मैनू रब ही बनया सन्यासी नजर आ रहा है जी। आपै नाल गोष्ट आप उपदेसा, आपै नाल गोष्ट जिवें हुण गल्लां करदे एक दूजे नाल कोई गोष्ट कर रहा है, जिवें गुरु नानक पातशाह जी ने सिद्धा नाल गोष्ट की, बाणी का नाम ही सिद्ध गोष्ट पै गया। मैं बेनती करांगा जिहड़ी गोष्ट की परिभाषा है वह है जदों धर्म की दुनिया के संबंधित लोग आपस विच गलबात करते ने, वो साधुआं की भाषा विच गोष्ट किया जाता है। तो साहब कहते ने ओ वाहिगुरु जी आप ही गोष्ट करन वाला, ते फिर जिस दे नू उपदेश दे रहा है बोल रहा है वो उपदेशक भी वाहिगुरु आप ही है जी। आपे सुगड़ स्वरूप सियाणी, सुगड़ स्वरूप बहुत गहराई विच उतर के ते बड़ी अकल दे नाल सियाणप नाल गल करनी। ये भी कहते ने वाहिगुरु जी आप ही अपना रूप धारी बैठा है जी। अपना जोज कर वेखा आपे, आपे सबना जिया का है जानी। ये अपना चोज बनाया करते ने, तरह तरह दे चोज खेड कौतक आप करता वरता रहा है। उस वाहिगुरु जी नू अपने आपे दी व्यापकता विच वेख के मैं बेनती करा अंदर दुबदा, अंदर वैर भावना, अंदर ऊच नीच दी विरती चली जाए ते उस वाहिगुरु नू हर थां ते वेखण वाली कला बन आए जी। आओ थोड़े जे मिनट लड़ीवार चल रहे उपदेश नाल जुड़िए जी। आए विगूता जग जम पंथ, संसार ते आया इत्थे विगूता गवाच गया, अपना जीवन धर्म वाल चलाना सी, वो धर्म वाल ना चलाया, किधर चलाया जम पंथ वाल। देखो सफर ते करना है ना, पर वो सफर ते इन्ना करना चाहिए भी जम दे घर चले जाइए, सफर वो करना चाहिए एक उत्तम पंथ सुनियो ਜਾਂ लैने पंथ धर्म का किया, खालसा पंथ उत्तम पंथ जाना सी उधर, पर इत्थे आके ऐसा गवाच गया, ऐसा भुल गया भी इस संसार विच जम दा पंथ, ये कह लीए औगण विकारां दा राह अपना लिया। आपे सुगड़ स्वरूप सियाणी, आपे गुरमुख अकथ कहानी। 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 अपना लिया औगण विकारां दा राह अपना लिया।
ਆਈ ਨਾ ਮੇਟਨ ਕੋ ਸਮਰੱਥ। ਇਹ ਗੱਲ ਧਿਆਨ ਚ ਰੱਖਿਓ, ਜਿਸ ਦਿਨ ਆਈ ਉਸ ਦਿਨ ਕੋਈ ਨਹੀਂ ਮੇਟ ਸਕੇਗਾ। ਜਿਸ ਦਿਨ ਮੌਤ ਆਈ ਨਾ, ਉਹਨੂੰ ਮੇਟਣ ਵਾਲਾ ਦੁਨੀਆ ਤੇ ਕੋਈ ਵੀ ਨਹੀਂ ਹੈ ਜੀ। ਆਥ ਸੈਲ ਨੀਚ ਕਰ ਹੋਏ। ਆਥ ਮੈਨੇ ਪੈਸਾ, ਸੈਲ ਮੈਨੇ ਪਹਾੜ ਜਿੰਨਾ ਪੈਸਾ ਹੋਏ। ਗਿਰਹਾ ਸੇਤੀ ਮਾਲ ਧਨ, ਅਗਰ ਇਤਨਾ ਪੈਸਾ ਕੋਲ ਹੋਵੇ ਤੇ ਹੋਵੇ ਬੰਦਾ ਬੜਾ ਨੀਚ ਘਟੀਆ ਔਕਾਤ ਦਾ ਮਾਲਕ ਹੋਵੇ, ਪਰ ਪੈਸਾ ਪਹਾੜ ਜਿੰਨਾ ਕੋਲ ਅਗਰ ਆ ਜਾਏ ਨਾ, ਹਾਂਜੀ, ਆਥ ਦੇਖ ਨਿਵੈਜ ਸਦੋਏ। ਉਸ ਦੇ ਪੈਸੇ ਨੂੰ ਵੇਖ ਕੇ ਗਰੀਬ ਵੀ ਝੁਕਦੇ ਤੇ ਅਮੀਰ ਵੀ ਝੁਕਦੇ। ਯਾਰ ਬੰਦਾ ਬੜਾ ਪੈਸੇ ਵਾਲਾ ਹੈ। ਉਸ ਨੀਚ ਬੰਦੇ ਨੂੰ ਵੇਖ ਕੇ ਉੱਤਮ ਜਾਤੀ ਵਾਲੇ ਵੀ ਝੁਕਦੇ ਤੇ ਨੀਵੀਂ ਜਾਤ ਵਾਲੇ ਵੀ ਉਸ ਅੱਗੇ ਮਸਤਕ ਝੁਕਾਉਂਦੇ ਨੇ। ਆਥ ਹੋਏ ਤਾਂ ਮੁਗਧ ਸਿਆਣਾ। ਪੱਲੇ ਪੈਸਾ ਹੋਵੇ ਨਾ ਤੇ ਮੂਰਖ ਤੋਂ ਮੂਰਖ ਵੀ ਹੋਵੇ ਤੇ ਲੋਕ ਕਹਿੰਦੇ ਜੀ ਬੜਾ ਸਿਆਣਾ। ਧਿਆਨ ਚ ਰੱਖ ਲਿਓ। ਇਸ ਕਰਕੇ ਅੱਜ ਪੈਸੇ ਦੀ ਬਦੌਲਤ ਸੰਸਾਰ ਦੀ ਇਹ ਦਸ਼ਾ ਨਜ਼ਰ ਆ ਰਹੀ ਹੈ ਜੀ। ਭਗਤ ਬੇਹੁਨਾ ਜਗ ਬਉਰਾਨਾ। ਪਰ ਸਿਧਾਂਤਕ ਗੱਲ ਹੈ, ਅਗਰ ਭਗਤੀ ਨਹੀਂ, ਸਿਮਰਨ ਨਹੀਂ ਤੇ ਸੰਸਾਰ ਬੌਰਾ ਸ਼ੁਦਾਈ ਝੱਲਾ ਪਾਗਲ ਹੋਇਆ ਫਿਰਦਾ। ਚਾਹੀਦਾ ਸੀ ਜ਼ਿੰਦਗੀ ਵਿੱਚ ਭਗਤੀ ਦਾ ਖਜ਼ਾਨਾ ਇਕੱਠਾ ਕਰਨਾ, ਸਿਮਰਨ ਕਰਨਾ। ਉਹ ਕੀਤਾ ਨਹੀਂ, ਅਕੇਲਾ ਧਨ ਵੱਲ ਦੌੜ ਲਗਾ ਲਈ ਤੇ ਧਨਵਾਨਾਂ ਨੂੰ ਵੇਖ ਕੇ ਸਾਂਝ ਬਣਾਉਣ ਲੱਗ ਪਏ। ਹਜੂਰ ਕਹਿੰਦੇ ਨੇ ਇਹ ਦੁਨੀਆ ਐਸੀ ਭਗਤੀ ਤੋਂ ਸਖਣੀ ਬੌਰਾਨਾ ਕਹੀਏ ਪਾਗਲ ਝੱਲਿਆਂ ਵਾਂਗੂ ਹੋ ਗਈ ਹੈ ਜੀ। ਸਭ ਮੈਂ ਵਰਤੈ ਏਕੋ ਸੋਏ। ਹਜੂਰ ਕਹਿੰਦੇ ਨੇ ਇਸ ਸੰਸਾਰ ਵਿੱਚ ਸਾਰਿਆਂ ਵਿੱਚ ਇੱਕ ਵਰਤ ਰਿਹਾ। ਧਿਆਨ ਚ ਰੱਖਿਓ, ਅਮੀਰਾਂ ਵਿੱਚ ਵੀ ਹੋ, ਗਰੀਬਾਂ ਵਿੱਚ ਵੀ ਹੋ, ਉੱਚੀ ਜਾਤ ਵਾਲਿਆਂ ਚ ਵੀ ਹੋ, ਨੀਵੀਂ ਜਾਤ ਵਾਲਿਆਂ ਚ ਵੀ ਹੋ, ਪਸ਼ੂਆਂ ਚ ਵੀ ਹੋ, ਸਾਰਿਆਂ ਵਿੱਚ ਸ਼ਕਤੀ ਜੋਤ ਇੱਕ ਕਰਤੇ ਦੀ ਹੀ ਵਰਤ ਰਹੀ ਹੈ ਜੀ। ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ। ਇਹ ਗੱਲ ਧਿਆਨ ਚ ਰੱਖਿਓ ਜਰਾ। ਰਹਿੰਦਾ ਸਾਰਿਆਂ ਵਿੱਚ ਹੈ, ਪਰ ਜਿਸ ਤੇ ਕਿਰਪਾ ਕਰਦਾ ਹੈ ਪ੍ਰਗਟ ਵਾਹਿਗੁਰੂ ਉਹਨਾਂ ਵਿੱਚੋਂ ਹੁੰਦਾ ਹੈ। ਘਟ ਘਟ ਗੁਪਤ ਉਪਾਏ ਵੇਖੇ, ਪ੍ਰਗਟ ਗੁਰਮੁਖ ਸੰਤ ਜਨਾ। ਭਾਵੇਂ ਧਰਤੀ ਵਿੱਚ ਪਾਣੀ ਸਭ ਥਾਵਾਂ ਤੇ ਹੈ, ਪਰ ਜਿੱਥੇ ਕਿਸੇ ਮਿਹਨਤ ਕੀਤੀ ਖੂਹ ਲੱਗ ਗਿਆ, ਨਲਕਾ ਲੱਗ ਗਿਆ, ਪਾਣੀ ਉਥੋਂ ਹੀ ਪ੍ਰਗਟ ਹੋ ਕੇ ਪੀਤਾ ਜਾ ਸਕੇਗਾ। ਜਿਨ੍ਹਾਂ ਨੇ ਇਹ ਕਹਿ ਲਿਆ ਨਾ ਵੀ ਰੱਬ ਸਭ ਥਾਵਾਂ ਤੇ, ਰੱਬ ਮੇਰੇ ਵਿੱਚ ਵੀ, ਉਹਨੇ ਕਹਿਣ ਨਾਲ ਗੱਲ ਨਹੀਂ ਬਣਦੀ। ਮਾਲਕ ਕਿਰਪਾ ਕਰਦਾ ਹੈ, ਸਿਮਰਨ ਹੋਵੇ, ਸੁਰਤ ਭੀਤਰ ਚਲੀ ਜਾਏ ਤੇ ਸੁਰਤ ਬਾਹਰ ਸਾਰੇ ਸੰਸਾਰਿਕ ਪਸਾਰੇ ਚੋਂ ਦੇਖਣ ਦਾ ਅਨੁਭਵ ਬਣਾ ਲੈ ਤੇ ਸਮਝ ਲੈਣਾ ਫਿਰ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਮਾਲਕ ਅੱਗੇ ਅਰਦਾਸ ਹੈ, ਵਾਹਿਗੁਰੂ ਰਸਨਾ ਤੋਂ ਕਹਿੰਦੇ ਆ, ਸੁਣਦੇ ਵੀ ਹਾਂ, ਆਪ ਕਿਰਪਾ ਕਰ ਦਿਓ ਕਿ ਵਾਹਿਗੁਰੂ ਪ੍ਰਗਟ ਹੋ ਜਾਏ, ਪ੍ਰਤੱਖ ਹੋ ਜਾਏ, ਅਪਰੋਕਸ਼ ਹੋ ਜਾਏ ਤੇ ਉਸ ਦੇ ਦਰਸ਼ਨ ਦੀਦਾਰ ਕਰੀਏ। ਹਰ ਘਟ ਵਿੱਚੋਂ, ਹਰ ਕੁਦਰਤ ਵਿੱਚੋਂ ਇਹ ਮਾਲਕ ਆਪ ਕਿਰਪਾ ਕਰ ਦੇਣ ਜੀ। ਸਾਹਿਬ ਦੀ ਅਸੀਸ ਨਾਲ ਗੁਰ ਸ਼ਬਦ ਦੀ ਸਾਂਝ ਪ੍ਰਾਪਤ ਹੋਈ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਦਰ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸਮੂਹ ਪ੍ਰਬੰਧ, ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਆਈਆਂ ਸੰਗਤਾਂ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਕਹਿੰਦੇ ਆ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਆ। ਆਓ ਗੁਰੂ ਸਾਹਿਬ ਜੀ ਦੇ ਪਾਵਨ ਦੋ ਬੋਲ ਸ਼ਰਵਨ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ। ਸਭ ਮਹਿ ਵਰਤੈ ਏਕੋ ਸੋਏ। ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।